ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵਹਿ ਮੂਰਖ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਬੜੇ ਹੀ ਵਡਮੁੱਲੇ ਭਾਗ ਹਨ ਸਾਡੇ, ਜੋ ਸਤਿਗੁਰੂ ਜੀ ਦੀ ਤੁਰਕੀ ਬਾਣੀ, ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿਚਾਰ, ਕਥਾ, ਕਹਾਣੀਆਂ ਦੇ ਨਾਲ ਜੁੜਨ ਦਾ ਇਹ ਸਮਾਂ ਸਫਲਾ ਕਰ ਰਹੇ ਹਾਂ। ਸੋ ਆਓ, ਸਾਡੀ ਪਿੱਛੇ ਵਿਚਾਰ ਹੁਣ ਤੱਕ 18 ਅਸ਼ਟਪਦੀਆਂ ਦੀ ਹੋ ਚੁੱਕੀ ਹੈ। 19ਵੀਂ ਅਸ਼ਟਪਦੀ ਇਹ ਜੋ ਚੱਲ ਰਹੀ ਹੈ। ਕੱਲ ਅਸੀਂ ਇਸ ਅਸ਼ਟਪਦੀ ਦੇ 8 ਪਦਿਆਂ ਵਿੱਚੋਂ 4 ਪਦਿਆਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਸੀ। ਸੋ ਆਓ, ਅੱਜ ਉਹਨਾਂ ਰਹਿੰਦੇ ਹੋਏ 4 ਪਦਿਆਂ ਦੀ ਵਿਚਾਰ ਅਸੀਂ ਸਤਿਗੁਰੂ ਜੀ ਦੀ ਰਹਿਮਤ ਸਦਕਾ ਕਰ ਸਕੀਏ। ਵਾਹਿਗੁਰੂ ਸਾਹਿਬ ਜੀ। ਸੰਗ ਨ ਚਾਲਸ ਤੇਰੇ ਧਨਾ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਇਹ ਜਿਹੜਾ ਤੂੰ ਧਨ ਸਮਝਿਆ ਹੋਇਆ ਹੈ ਕਿ ਇਹ ਪਦਾਰਥ ਮੇਰਾ ਹੈ, ਹਜੂਰ ਕਹਿੰਦੇ ਹਨ ਇਹ ਤੇਰੇ ਨਾਲ ਨਹੀਂ ਭਾਈ ਚੱਲੇਗਾ। ਤੂੰ ਕਿਆ ਲਪਟਾਵਹਿ ਮੂਰਖ ਮਨਾ। ਇਹ ਮੂਰਖ ਬੇਸਮਝ ਸ਼ਾਸਤਰ ਗਿਆਤ ਤੋਂ ਹੀਣਿਆ, ਤੂੰ ਕਿਸ ਵਾਸਤੇ ਲਪਟ ਰਿਹਾ, ਫਸ ਰਿਹਾ ਇਹਨਾਂ ਪਦਾਰਥਾਂ ਵਿੱਚ। ਸੁਤ ਮੀਤ ਕੁਟੰਬ ਅਰ ਬਨਿਤਾ। ਸੁਤ ਪੁੱਤਰ ਜਿਨ੍ਹਾਂ ਦੇ ਮੋਹ 'ਚ ਫਸਿਆ ਹੈ, ਭਾਈ ਜਿਹੜੇ ਪੁੱਤਰ ਆਪ ਦੇ ਮੰਨੀ ਬੈਠਾ ਨਾ, ਜਿਹੜੇ ਮਿੱਤਰ ਆਪ ਦੇ ਮੰਨੀ ਬੈਠਾ ਹੈ, ਤੂੰ ਸੱਜਣ ਮੰਨੇ ਹਨ। ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਸਮਝਿਆ ਅਤੇ ਆਪਣੀ ਬਨਤਾ ਇਸਤਰੀ ਸੁਪਤਨੀ ਮੰਨੀ ਹੈ। ਇਨ ਤੇ ਕਹੋ ਤੁਮ ਕਮਨ ਸਨਾਥਾ। ਭਾਈ ਇਹਨਾਂ ਤੋਂ ਦੱਸ ਖਾਂ ਤੂੰ ਕਿਹੜੇ ਆਦਮੀ ਨੇ ਸਨਾਥਾ ਕਲਿਆਣ ਪਾਈ ਹੈ। ਕੋਈ ਇਹਨਾਂ 'ਚ ਮੋਹ ਕਰਕੇ ਮੁਕਤ ਹੋਇਆ। ਜਿਸ ਕਿਸੇ ਨੇ ਇਹਨਾਂ ਨਾਲ ਮੋਹ ਕੀਤਾ, ਕਿਸੇ ਦੀ ਕਲਿਆਣ ਨਹੀਂ ਹੋਈ, ਭਾਵ ਸਫਲਤਾ ਨਹੀਂ ਹੋਈ। ਰਾਜ ਰੰਗ ਮਾਇਆ ਬਿਸਥਾਰ। ਇਹ ਜਿਹੜੇ ਦੁਨੀਆ ਦੇ ਰਾਜ ਆ ਨਾ, ਦੁਨੀਆ ਦੇ ਰੰਗ ਕੌਤਕ ਆ, ਤਮਾਸ਼ੇ ਆ, ਤੇ ਮਾਇਆ ਦਾ ਜਿਹੜਾ ਵਿਸਤਾਰ ਹੈ, ਫੈਲਾਵਟ ਹੈ। ਇਨ ਤੇ ਕਹੋ ਕਮਨ ਛੁਟਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਭਾਈ ਇਹਨਾਂ ਦੀ ਸੰਗਤ ਕਰਕੇ ਕਹੋ ਤਾਂ ਭਾਈ ਕਿਹਦਾ ਹੁਣ ਤਾਈਂ ਛੁਟਕਾਰਾ ਹੋਇਆ, ਕਿਸੇ ਦਾ ਛੁਟਕਾਰਾ ਨਹੀਂ ਹੋਇਆ। ਅਸ ਹਸਤੀ ਰਥ ਅਸਵਾਰੀ। ਘੋੜਿਆਂ ਦੀਆਂ ਸਵਾਰੀਆਂ, ਹਾਥੀਆਂ ਦੀਆਂ ਸਵਾਰੀਆਂ, ਰਥਾਂ ਦੀਆਂ ਸਵਾਰੀਆਂ, ਸੁੱਖ ਪਾਲਕੀਆਂ ਦੀਆਂ ਜਿਹੜੀਆਂ ਸਵਾਰੀਆਂ ਹਨ, ਝੂਠਾ ਡੰਫ ਝੂਠ ਪਾਸਾਰੀ। ਸਤਿਗੁਰੂ ਜੀ ਦੱਸ ਰਹੇ ਇਹ ਸਾਰਾ ਗੋਜੀ ਜਬ ਤੇ ਹੋਈ ਲਾਮੀ ਧਾਈ, ਚਲੈ ਨਾਹੀ ਇੱਕ ਪੈਰੇ। ਉਹਦਾ ਇੱਕ ਪੈਰ ਵੀ ਵਿੱਦਿਆ ਕਰਨ ਵਾਸਤੇ ਨਾਲ ਨਹੀਂ ਜਾਣਾ ਇਹਨਾਂ ਸਵਾਰੀਆਂ ਨੇ। ਝੂਠਾ ਹੀ ਇਹ ਡੰਫ ਪਖੰਡ ਹੈ ਤੇਰਾ, ਤੇ ਝੂਠਾ ਹੀ ਇਸ ਡੰਫ ਦੇ ਪਸਾਰੇ ਵਿੱਚ ਤੂੰ ਪਸਾਰੀ ਬਣ ਰਿਹਾ। ਇਸ ਪਸਾਰੇ ਨੂੰ ਪਸਾਰਨ ਵਾਲਾ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ।
ਜਿਸ ਵਾਹਿਗੁਰੂ ਨੇ ਇਹ ਤੈਨੂੰ ਸੁੱਖ ਦਿੱਤੇ ਆ ਨਾ ਪਦਾਰਥ, ਐਸਾ ਬੇਗਿਆਤਾ ਹੋ ਰਿਹਾ ਹੈ, ਬੇਗਾਨਾ ਹੋ ਰਿਹਾ ਹੈ ਜਮਦੂਤਾਂ ਦਾ, ਕਾਲ ਦਾ। ਉਸ ਵਾਹਿਗੁਰੂ ਨੂੰ ਸਮਝਦਾ ਹੀ ਨਹੀਂ ਹੈ। ਬੇਗਾਨਾ ਵਿਕਾਰਾਂ ਦਾ ਹੋ ਰਿਹਾ ਹੈ, ਬੇਗਾਨਾ ਬਿਨਾਂ ਵਾਹਿਗੁਰੂ ਦੇ ਗਾਉਣ ਤੋਂ ਹੋ ਰਿਹਾ ਹੈ। ਨਾਮ ਵਿਸਾਰ ਨਾਨਕ ਪਛਤਾਨਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਸੱਚੇ ਪਾਤਸ਼ਾਹ ਦਾ ਨਾਮ ਵਿਸਾਰ ਕੇ ਤਾਈਓ ਪਛਤਾਉਂਦਾ ਹੈ ਤੂੰ। ਪਛਤਾਤਾਪ ਹੀ ਪੱਲੇ ਰਹਿ ਜਾਂਦਾ ਤੇਰੇ। ਅੰਤ ਵੇਲੇ ਸੋਗ ਦੇ ਸਹਿਤ ਹੀ ਮਰਨਾ ਪੈਂਦਾ ਤੈਨੂੰ। ਗੁਰ ਕੀ ਮਤ ਤੂੰ ਲੇਹ ਇਆਨੇ। ਕਿ ਸਿਆਣੇ ਜੀਵ ਬੱਚਿਆਂ ਦੀ ਨਿਆਈ ਇਆਨਪ ਕਰਨ ਵਾਲਿਆ, ਸਤਿਗੁਰੂ ਸਾਹਿਬ ਦੀ ਮਤ ਸਿੱਖਿਆ ਲੈਣਾ ਕਰ ਤੂੰ। ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਮਹਾਰਾਜ ਆਪ ਕਿਰਪਾ ਕਰੋ, ਅਸੀਂ ਆਪ ਦੀ ਸਿੱਖਿਆ ਲੈਂਦੇ ਹਾਂ। ਮਹਾਰਾਜ ਕਹਿੰਦੇ, ਭਗਤੀ ਤੋਂ ਬਿਨਾ ਬਹੁਤ ਸਿਆਣੇ ਸਿਆਣੇ ਸੰਸਾਰ ਸਮੁੰਦਰ 'ਚ ਹੀ ਡੁੱਬ ਗਏ। ਬੜੇ ਬੜੇ ਜਿਹੜੇ ਸਿਆਣੇ ਸੀ ਨਾ, ਉਹ ਮਾਇਆ ਦੇ ਮੋਹ ਤੋਂ ਪਾਰ ਨਹੀਂ ਹੋ ਸਕੇ। ਬੰਦਗੀ ਕਰੇ ਤੋਂ ਬਗੈਰ ਕੋਈ ਵੀ ਪਾਰ ਨਹੀਂ ਲੱਗਿਆ। ਹਰ ਕੀ ਭਗਤ ਕਰੋ ਮਨ ਮੀਤ। ਹੇ ਮੇਰੇ ਪਿਆਰੇ ਮਨਾ, ਮਿੱਤਰਾ, ਸੱਜਣਾ, ਭਾਈ ਗੁਰਮੁਖਾ, ਪਰਮੇਸ਼ਰ ਦੀ ਭਗਤੀ ਕਰਿਆ ਕਰੋ। ਮਨ ਨਾਲ ਭਗਤੀ ਕਰੋ ਹੇ ਮਿੱਤਰ ਸੱਜਣੋ। ਨਿਰਮਲ ਹੋਏ ਤੁਮਾਰੋ ਚੀਤ। ਤੁਹਾਡਾ ਜਿਹੜਾ ਚਿੱਤ ਹੈ ਨਾ, ਜਿਹਦੇ ਵਿੱਚ ਵਿਸ਼ੇ ਚਿਤਵਨੀ ਪਈ ਰਹਿੰਦੀ ਹੈ, ਹਰ ਵਕਤ ਘਾਟੇ ਵਾਧੇ ਸੋਚਦੇ ਰਹਿੰਦੇ ਹੋ, ਇਹ ਤੁਹਾਡਾ ਚਿੱਤ ਨਿਰਮਲ ਉਜਲ ਹੋ ਜਾਏਗਾ। ਚਰਨ ਕਮਲ ਰਾਖੋ ਮਨ ਮਾਹੇ। ਮਹਾਰਾਜ ਸਾਹਿਬ ਦੇ ਚਰਨ ਜੋ ਕਮਲਵਤ ਪ੍ਰਕਾਸ਼ ਰੂਪ ਆ, ਉਹਨਾਂ ਨੂੰ ਮਨ ਦੇ ਵਿੱਚ ਧਾਰਨ ਕਰਕੇ ਰੱਖੋ। ਜਨਮ ਜਨਮ ਕੇ ਕਿਲ ਬਿਖ ਜਾਹੇ। ਪਾਈ ਇੱਕ ਜਨਮ ਦੇ ਕੀ, ਜਨਮਾਂ ਜਨਮਾਂ ਦੇ ਜਿਹੜੇ ਪਾਪ ਆ, ਉਹ ਸਾਰੇ 4 ਪਾਪ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ 4 ਕਿਲ ਬਿਖ ਹੈ ਵੱਡੇ ਪਾਪ। ਇਹ ਸਾਰੇ ਚਲੇ ਜਾਣਗੇ ਤੁਹਾਡੇ, ਇੱਕ ਇੱਕ ਜਨਮ ਦੇ ਕੀ, ਕਈਆਂ ਜਨਮਾਂ ਦੇ। ਆਪ ਜਪੋ ਅਵਰਾ ਨਾਮ ਜਪਾਵੋ। ਆਪ ਵੀ ਭਾਈ ਮਹਾਰਾਜ ਦਾ ਨਾਮ ਜਪਿਆ ਕਰੋ ਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਕੁਟੰਬੀਆਂ ਨੂੰ ਸਿੱਖ ਸਿੱਖਣੀ ਮਿਲ ਰਹਿ। ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ, ਹਰ ਭਜ ਬਾਰੰਬਾਰ। ਇਉਂ ਆਪ ਜਪੋ ਤੇ ਹੋਰਨਾਂ ਸੰਗੀਆਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਾਉਣਾ ਕਰੋ ਭਾਈ। ਸੁਨਤ ਕਹਿਤ ਰਹਿਤ ਗਤ ਪਾਵੋ। ਜੇ ਮਹਾਰਾਜ ਦੇ ਨਾਮ ਨੂੰ ਸਰਵਣ ਕਰੋਗੇ, ਸ਼ਰਧਾ ਤੇ ਭਰੋਸੇ ਨਾਲ, ਕਹਿਣਾ ਕਰੋਗੇ ਪ੍ਰੀਤ ਰੂਪੀ ਜ਼ੁਬਾਨ ਨਾਲ, ਤੇ ਰਹਿਣੀ ਰੱਖੋਗੇ ਪੂਰੀ, ਫਿਰ ਮੁਕਤੀ ਪਾ ਲਓਗੇ, ਗਤੀ ਪਾ ਲਓਗੇ। ਸੁਣਨ ਵਾਲਾ ਵੀ ਨਿਹਾਲ ਹੈ, ਕਹਿਣ ਵਾਲਾ ਵੀ ਪਵਿੱਤਰ ਹੈ। ਰਹਿਣੀ ਕਰਕੇ ਤੁਸੀਂ ਮੁਕਤੀ ਪਾਓਗੇ। ਜੋ ਕੁਝ ਕਹਿੰਦੇ ਹੋ, ਜੋ ਕੁਝ ਸੁਣਦੇ ਹੋ, ਰਹਿਣੀ ਰੱਖੋ ਮਹਾਰਾਜ ਦੇ ਅਨੁਸਾਰ, ਫਿਰ ਕਲਿਆਣ ਨੂੰ ਪਾ ਲਓਗੇ। ਸਾਰ ਭੂਤ ਸਤ ਹਰ ਕੋ ਨਾਉ। ਸਾਰ ਭੂਤ ਨਾਮ ਰੂਪ ਦਾ ਹੈ, ਸਾਰ ਰੂਪ ਹੈ ਸੱਚਾ ਕਰਤਾਰ ਦਾ। ਹਰੀ ਦਾ ਸਤ ਨਾਮ ਹੈ ਜਿਹੜਾ, ਇਹ ਅਸਲੀ ਸਾਰ ਰੂਪ ਹੈ ਸੰਸਾਰ ਦੇ ਅੰਦਰ। ਭੂਤ ਜਿੰਨੇ ਪ੍ਰਾਣੀ ਹੈ, ਸਾਰਿਆਂ ਦੇ ਅੰਦਰ ਸਾਰ ਰੂਪ ਤੱਤਾਂ ਦੇ ਅੰਦਰ ਵੀ, ਸਾਰਿਆਂ ਦੇ ਅੰਦਰ ਭੂਤ ਰੂਪ ਦਾ ਅਰਥ ਹੈ ਸਾਰ ਰੂਪ ਹੈ। ਸਾਰਿਆਂ ਦੇ ਅੰਦਰ ਪਰਮੇਸ਼ਰ ਦਾ ਸਤ ਨਾਮ ਜੋ ਹੈ। ਸਹਿਜ ਸੁਭਾਇ ਨਾਨਕ ਗੁਣ ਗਾਓ। ਸਤਿਗੁਰੂ ਜੀ ਕਹਿੰਦੇ, ਸੁੱਤੇ ਸਿੱਧ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਕਰੋ ਭਾਈ। ਗੁਣ ਗਾਵਤ ਤੇਰੀ ਉਤਰਸ ਮੈਲ। ਹੇ ਮੇਰੇ ਪਿਆਰਿਆ, ਗੁਣਾਂ ਨੂੰ ਗਾਉਣੇ ਕਰਕੇ ਤੇਰੀ ਅਵਿਦਿਆ ਦੀ ਮੈਲ, ਪਾਪਾਂ ਦੀ ਮੈਲ, ਮਾਇਆ ਆਦਿਕਾਂ ਦੀ
ਇੱਛਾ ਰੂਪੀ ਮੈਲ ਇਹ ਸਾਰੀ ਉਤਰ ਜਾਏਗੀ ਭਾਈ। ਬਿਨ ਸਜਾਏ ਹਉਮੈ ਬਿਖ ਫੈਲ। ਜਿਹੜੀ ਹਉਮੈ ਹੈ ਤੇਰੇ ਅੰਦਰ ਇਹ ਵੀ ਨਾਸ ਹੋ ਜਾਏਗੀ। ਜਿਹੜੀ ਬਿਹੋ ਤੇਰੇ ਅੰਦਰ ਫੈਲੀ ਹੋਈ ਹੈ, ਪਸਰੀ ਹੋਈ ਹੈ, ਇਹ ਵੀ ਨਾਸ਼ ਹੋ ਜਾਏਗੀ ਮਾਇਆ ਦੀ। ਵਿਸ਼ਿਆਂ ਦੀ ਫੈਲ ਕਰਤੂਤ ਜਿਹੜੀ ਹੈ, ਹਉਮੈ ਜਿਹੜੀ ਹੈ, ਇਹ ਵੀ ਨਾਸ਼ ਹੋ ਜਾਏਗੀ ਭਾਈ। ਹੋਹਿ ਅਚਿੰਤ ਬਸੈ ਸੁਖ ਨਾਲ। ਫੇਰ ਭਾਈ ਸਾਰੀਆਂ ਚਿੰਤਾਵਾਂ ਤੋਂ ਅਚਿੰਤ ਹੋ ਸੁਖ ਸਰੂਪ ਵਿੱਚ ਅਭੇਦ ਹੋ ਕੇ ਸੁਖ ਨਾਲ ਵਸੇਗਾ। ਸਾਸ ਗਰਾਸ ਹਰ ਨਾਮ ਸੰਭਾਲ। ਯਤਨ ਇਹੋ ਕਰ ਆਉਂਦੇ ਜਾਂਦੇ ਸਵਾਸ ਗਰਾਸ ਨਾਲ ਗਿਰਾਹੀ ਖਾਂਦਾ ਹੋਇਆ ਪਰਮੇਸ਼ਰ ਦੇ ਨਾਮ ਨੂੰ ਸੰਭਾਲ, ਭਾਵ ਯਾਦ ਕਰਿਆ ਕਰ। ਛਾੜ ਸਿਆਣਪ ਸਗਲੀ ਮਨਾ। ਕਿ ਮੇਰੇ ਪਿਆਰੇ ਮਨਾ, ਜਿਹੜੀ ਤੇਰੀ ਬੁੱਧੀ ਦੀ ਸਿਆਣਪ ਫੁਰਦੀ ਹੈ, ਐਂ ਕਰ ਲਈਏ ਦਲੀਲਬਾਜ਼ੀ 'ਚ ਪਿਆ ਰਹਿੰਦਾ ਹੈ, ਸਤਿਗੁਰਾਂ ਦੇ ਬਚਨਾਂ ਤੇ ਕਮਾਉਣ ਤੇ ਭਰੋਸਾ ਨਹੀਂ ਕਰਦਾ। ਇਹ ਮਨਾ, ਜਿਹੜੀ ਸਾਰੀ ਦਲੀਲਬਾਜ਼ੀ ਦੀ ਬੁੱਧੀ ਦੀ ਸਿਆਣਪ ਹੈ ਨਾ, ਇਹ ਸਾਰੀ ਛੱਡ ਦੇ। ਸਾਧ ਸੰਗ ਪਾਵਹਿ ਸੱਚ ਧਨਾ। ਸੱਚੇ ਪਾਤਸ਼ਾਹ ਦੀ ਸੱਚੀ ਸਾਧ ਸੰਗਤ ਨਾਲ ਮਿਲ ਕੇ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਰੂਪੀ ਧਨ ਪਾ ਲਵੇਂਗਾ। ਹਰ ਪੂੰਜੀ ਸੰਚ ਕਰੋ ਵਿਵਹਾਰ। ਪਰਮੇਸ਼ਰ ਦੇ ਨਾਮ ਦੀ ਪੂੰਜੀ ਸ਼ਰਧਾ ਰੂਪ ਇਕੱਠੀ ਕਰਕੇ ਇਹ ਵਿਵਹਾਰ ਕਰ ਆਪ ਸ਼ਰਧਾਲੂ ਹੋ, ਹੋਰਨਾਂ ਦੇ ਜੀਵਨ ਸ਼ਰਧਾ ਵਾਲੇ ਬਣਾ। ਈਹਾ ਸੁਖ ਦਰਗਹਿ ਜੈਕਾਰ। ਐਸੇ ਲੋਕ ਵਿੱਚ ਵੀ ਤੂੰ ਸੁਖ ਪਾ ਲਵੇਂਗਾ। ਤੇਰਾ ਦਰਗਾਹ ਸੱਚਖੰਡ ਵਿੱਚ ਵੀ ਜੈ ਜੈਕਾਰ ਹੋਵੇਗਾ। ਸਰਬ ਨਿਰੰਤਰ ਏਕੋ ਦੇਖ। ਸਾਰਿਆਂ ਦੇ ਅੰਦਰ ਭੇਦ ਤੋਂ ਰਹਿਤ ਇੱਕ ਵਾਹਿਗੁਰੂ ਦੀ ਜੋਤ ਨੂੰ ਵੇਖਣਾ ਕਰ। ਉਹ ਰੂਪ ਰੰਗ ਤੋਂ ਰਹਿਤ ਜਿਹੜੀ ਜੋਤ ਹੈ ਨਾ, ਜਿਸ ਦੀ ਸੱਤਾ ਨਾਲ ਸਾਰੇ ਪ੍ਰਕਾਸ਼ ਹੈ, ਸਾਰੇ ਫਿਲਮਾਂ ਨੱਚਦੀਆਂ ਹੈ, ਜਿਸ ਦੀ ਸੱਤਾ ਨਾਲ ਸਰੀਰ ਸਾਰੇ ਕਿਰਿਆ ਕਰ ਰਹੇ ਆ, ਉਹ ਜੋਤੀ ਸਰੂਪ ਹੈ। ਜਿਵੇਂ ਬਿਜਲੀ ਦੇ ਨਾਲ ਸਾਧ ਸੰਗਤ ਜੀ ਤਸਵੀਰਾਂ ਦੀ ਨ੍ਰਿਤਕਾਰੀ ਹੁੰਦੀ ਹੈ, ਇਸੇ ਪ੍ਰਕਾਰ ਵਾਹਿਗੁਰੂ ਦੀ ਸੱਤਾ ਦੇ ਨਾਲ ਉਹ ਨਿਰੰਤਰ ਇੱਕ ਰਸ ਹੈ ਸਾਰਿਆਂ 'ਚ। ਉਹਨੂੰ ਦ੍ਰਿਸ਼ਟਾ ਰੂਪ ਕਰਕੇ ਵੇਖ, ਸਾਰਿਆਂ ਦਾ ਵੇਖਣ ਵਾਲਾ ਹੈ। ਕਹੋ ਨਾਨਕ ਜਾ ਕੈ ਮਸਤਕ ਲੇਖ। ਵੇਖੋ ਤਾਂ ਭਾਈ ਉਹ ਨਾਂ ਜਿਨ੍ਹਾਂ ਦੇ ਮੱਥੇ ਤੇ ਸਤਿਗੁਰੂ ਸਾਹਿਬ ਕਹਿੰਦੇ ਲੇਖ ਲਿਖੇ ਹੋਏ ਆ, ਪੂਰਬ ਕਰਮ ਜਿਨ੍ਹਾਂ ਨੇ ਨਿਸ਼ਕਾਮ ਕੀਤੇ ਆ, ਉਹ ਸੰਗਤ ਨਾਲ ਮਿਲ ਕੇ ਨਾਮ ਜਪ ਕੇ ਬੁੱਧੀ ਨੂੰ ਨਿਰਮਲ ਕਰਕੇ ਵੇਖਦੇ ਹਨ। ਏਕੋ ਜਪ ਏਕੋ ਸਾਲਾਹਿ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਦੇ ਨਾਲ ਜੁੜਨ ਦਾ ਬੜਾ ਹੀ ਉੱਤਮ ਉਪਦੇਸ਼ ਬਖਸ਼ ਰਹੇ ਆ ਕਿ ਭਾਈ ਇੱਕ ਵਾਹਿਗੁਰੂ ਦਾ ਹੀ ਜਾਪ ਕਰਿਆ ਕਰ। ਜਦੋਂ ਤੇਰੇ ਮੁਖੋਂ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਦੋਂ ਵੀ ਨਿਕਲੇ ਇਹੀ ਉਚਾਰਨ ਕਰਿਆ ਕਰ ਤੇ ਇੱਕੇ ਦੀ ਸਿਫਤ ਕਰਿਆ ਕਰ। ਜਦੋਂ ਸਿਫਤ ਕਰਨ ਨੂੰ ਚਿੱਤ ਕਰੇ, ਕੀਰਤਨ ਕਰੇ, ਤਾਂ ਇੱਕੇ ਦਾ ਕੀਰਤਨ ਕਰਿਆ ਕਰ। ਸਲਾਹ ਭਗਤੀ ਕਰਿਆ ਕਰ। ਏਕ ਸਿਮਰ ਏਕੋ ਮਨ ਆਹੇ। ਭਾਈ ਇੱਕੇ ਦਾ ਬਾਣੀ ਕਰਕੇ ਜਾਪ ਕਰਿਆ ਕਰ, ਸਿਮਰਿਆ ਕਰ। ਇੱਕੇ ਨੂੰ ਹੀ ਚਾਹਿਆ ਕਰ, ਉਸ ਨੂੰ ਇੱਕੇ ਦੀ ਮਨ ਵਿੱਚ ਚਾਹ ਹੈ, ਪਰ ਚਾਹਣਾ ਕਰ ਉਸ ਇੱਕੇ ਨੂੰ ਮਨ ਦੇ ਵਿੱਚ। ਏਕ ਸਕੇ ਗੁਣ ਗਾਓ ਅਨੰਤ। ਸਤਿਗੁਰੂ ਜੀ ਇੱਕ ਦੇ ਨਾਲ ਜੁੜਨ ਦਾ ਬੜਾ ਵਾਰ-ਵਾਰ ਉਪਦੇਸ਼ ਜ਼ੋਰ ਦੇ ਰਹੇ ਆ ਕਿ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਇੱਕ ਦੇ ਅਨੰਤ ਗੁਣ ਹਨ, ਉਹਨਾਂ ਨੂੰ ਗਾਇਆ ਕਰ। ਅੰਤ ਤੋਂ ਰਹਿਤ ਹਨ ਮਹਾਰਾਜ ਦੇ ਗੁਣ। ਮਨ ਤਨ ਜਾਪ ਏਕ ਭਗਵੰਤ।
ਮਨ ਤਨ ਚ ਨਿਰੰਤਰ ਇੱਕ ਰਸ ਉਸ ਪਰਮੇਸ਼ਰ ਭਗਵੰਤ ਦਾ ਹੀ ਜਾਪ ਕਰ। ਏਕੋ ਏਕ ਏਕ ਹਰ ਆਪ। ਇੱਕੋ ਹੀ ਸਤਿਯੁਗ ਸੀ, ਇੱਕੋ ਹੀ ਤ੍ਰੇਤੇ ਵਿੱਚ ਸੀ, ਇੱਕੋ ਹੀ ਦੁਆਪਰ ਵਿੱਚ ਸੀ, ਇੱਕੋ ਹੀ ਹਰੀ ਕਲਯੁਗ ਚ ਆਪ ਹੈ। ਇੱਕੋ ਹੀ ਆਸਤਿਕਤਾ ਦੇ ਅੰਦਰ ਹੈ, ਇੱਕੋ ਹੀ ਨਾਸਤਿਕਤਾ ਦੇ ਅੰਦਰ ਹੈ, ਇੱਕੋ ਹੀ ਬ੍ਰਹਮਵੇਤਿਆਂ ਦੇ ਅੰਦਰ ਹੈ, ਇੱਕੋ ਹੀ ਕੁੱਲ ਸੰਸਾਰ ਦੇ ਅੰਦਰ ਹੈ। ਉਹ ਇੱਕੋ ਇੱਕ ਹਰੀ ਆਪ ਹੈ। ਤਿੰਨਾਂ ਕਾਲਾਂ ਵਿੱਚ ਆਪ ਹੈ। ਭੂਤ ਕਾਲ, ਵਰਤਮਾਨ ਕਾਲ, ਭਵਿੱਖਤ ਕਾਲ ਵਿੱਚ ਸਾਰਿਆਂ 'ਚ ਆਪ ਹੈ। ਪੂਰਨ ਪੂਰ ਰਹਿਓ ਪ੍ਰਭ ਬਿਆਪ। ਉਹ ਪੂਰਨ ਸਾਰਿਆਂ ਦੀ ਸਦਾ ਰੋਜੀ ਨਾਲ ਪੂਰਤੀ ਕਰਨ ਵਾਲਾ ਅਤੇ ਪੂਰ ਰਹਿਓ ਆਕਾਸ਼ ਦੀ ਨਿਆਈ ਪੂਰਨ ਹੋ ਰਿਹਾ ਹੈ। ਉਹ ਪ੍ਰਭੂ ਵਿਆਪਕ ਰੂਪ ਹੈ। ਇਹ ਸਾਰਾ ਸੰਸਾਰ ਉਹਦੇ ਵਿੱਚ ਹੀ ਵਿਆਪਿਆ ਹੋਇਆ ਹੈ, ਮਿਲਿਆ ਹੋਇਆ ਹੈ। ਅਨਕ ਬਿਸਥਾਰ ਏਕ ਤੇ ਭਏ। ਇੱਕ ਵਾਹਿਗੁਰੂ ਤੋਂ ਹੀ ਇਹ ਸਾਰੇ ਜਿੰਨੇ ਵਿਸਤਾਰ ਹੈ, ਜਿੰਨੇ ਤੱਤਾਂ ਦੇ, ਗੁਣਾਂ ਦੇ ਅਤੇ ਸੂਖਮ ਸ੍ਰਿਸ਼ਟੀ ਦੇ, ਸਥੂਲ ਸ੍ਰਿਸ਼ਟੀ ਦੇ, ਸਾਰੇ ਰਾਜਸੀ ਤਾਮਸੀ ਸਾਂਤਕੀ ਸੁਭਾਅ ਵਾਲੇ, ਉੱਤਰ ਦੱਖਣ ਪੂਰਬ ਪੱਛਮ ਆਦਿਕ ਦਿਸ਼ਾ ਦੇ, ਜਿੰਨੇ ਖੰਡਾਂ ਬ੍ਰਹਿਮੰਡਾਂ ਦੇ, ਸਭ ਅਨੇਕਾਂ ਵਿਸਤਾਰ ਉਸੇ ਇੱਕ ਪਰਮੇਸ਼ਰ ਤੋਂ ਹੀ ਹੋਏ ਹਨ। ਕੀਤਾ ਪਸਾਓ ਏਕੋ ਕਵਾਓ, ਤਿਸ ਦੇ ਹੋਏ ਲੱਖ ਦਰਿਆਓ ਹਨ। ਏਕ ਅਰਾਧ ਪਰਾਸ਼ਤ ਗਏ। ਜਿਨ੍ਹਾਂ ਨੇ ਭਾਈ ਇੱਕ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਅਰਾਧਿਆ, ਯਾਦ ਕੀਤਾ, ਉਹਨਾਂ ਦੇ ਪ੍ਰਾਸ਼ਤ ਜਿਹੜੇ ਪਾਪ ਸਨ, ਨਾ ਪਾਪਾਂ ਦੀ ਨਿਵਰਤੀ ਵਾਸਤੇ ਜਿਹੜਾ ਕੰਮ ਕਰੀਏ ਉਹਨਾਂ ਨੂੰ ਪ੍ਰਾਸ਼ਤ ਕਹੀਦਾ ਹੈ। ਇੱਥੇ ਪਾਪਾਂ ਦਾ ਅਰਥ ਕਰਨਾ, ਇੱਕ ਨੂੰ ਅਰਾਧਨੇ ਕਰਕੇ ਪਾਪ ਸਾਰੇ ਚਲੇ ਗਏ ਹਨ ਉਹਨਾਂ ਦੇ। ਮਨ ਤਨ ਅੰਤਰ ਏਕ ਪ੍ਰਭ ਰਾਤਾ। ਭਾਈ ਜਿਨ੍ਹਾਂ ਦੇ ਮਨ ਕਰਕੇ, ਤਨ ਕਰਕੇ, ਅੰਦਰੋਂ ਮਨ ਤਨ ਦੇ ਅੰਦਰ ਇੱਕੇ ਪਰਮੇਸ਼ਰ ਦੇ ਵਿੱਚ ਰੰਗਿਆ ਗਿਆ, ਜਿਨ੍ਹਾਂ ਦਾ ਚਿੱਤ ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਇਹ ਸਤਿਗੁਰਾਂ ਦੀ ਕਿਰਪਾ ਕਰਕੇ, ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਨੇ ਇੱਕ ਅਕਾਲ ਪੁਰਖ ਨੂੰ ਇਉਂ ਜਾਣ ਲਿਆ ਹੈ। ਸੋ ਸਾਧ ਸੰਗਤ ਜੀ, ਇਹ ਸੀ 19ਵੀਂ ਅਸ਼ਟਪਦੀ ਦੇ ਜੋ ਬਾਕੀ ਦੇ 4 ਪਦੇ ਸਨ, ਉਹਨਾਂ ਦੀ ਵਿਚਾਰ ਸੰਪੂਰਨ ਹੋਈ ਹੈ। ਸੋ ਸਤਿਗੁਰੂ ਮਿਹਰਾਂ ਰਹਿਮਤ ਇਸੇ ਤਰ੍ਹਾਂ ਕਰਦੇ ਰਹਿਣ ਤਾਂ ਕਿ ਸਾਡੀ ਲੜੀਵਾਰ ਵਿਚਾਰ ਸਤਿਗੁਰੂ ਆਪ ਤਰਸ ਕਰਕੇ ਇਸੇ ਤਰ੍ਹਾਂ ਚਲਾਈ ਰੱਖਣ। ਕਿਰਪਾ ਕਰਨ ਸਤਿਗੁਰੂ। ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਵਿਚਾਰ ਕਰਦਿਆਂ, ਗਾਉਂਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ, ਸੁਭਾਵਕ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ ਲੈਣ। ਚੜ੍ਹਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ। ਪੜ੍ਹਿਆ ਸੁਣਿਆ ਗਾਵਿਆ ਸਤਿਗੁਰੂ ਥਾਏ ਪਾਉਣ, ਸਾਡੇ ਹਿਰਦਿਆਂ 'ਚ ਵਸਾਉਣ। ਸੋ ਇਹ ਸੀ 19ਵੀਂ ਅਸ਼ਟਪਦੀ ਦੀ ਸੰਪੂਰਨ ਮੁਕੰਮਲ ਵਿਚਾਰ ਸਤਿਗੁਰੂ ਜੀ ਨੇ ਆਪ ਕਰਵਾਈ ਹੈ। ਕਹਿ ਨਹੀਂ ਸਕਦੇ ਕਿ ਇਹੀ ਵਿਚਾਰ ਹੈ। ਵਿਚਾਰ ਤਾਂ ਅਗਾਧ ਬੋਧ ਅਥਾਹ ਹੈ, ਡੂੰਗੀ ਹੈ। ਜਿਤਨੀ ਕੋ ਸਤਿਗੁਰੂ ਨੇ ਆਪ ਆਪਣੀ ਬੁੱਧ ਹੈ ਜੇਤੀ ਦੇ ਅਨੁਸਾਰ ਕਰਵਾਈ ਹੈ। ਆਪ ਸੰਗਤਾਂ ਨਾਲ ਬੜਾ ਹੀ ਨਿਮਾਣਾ ਜਿਹਾ ਯਤਨ ਕੀਤਾ ਹੈ ਸਾਂਝੀ ਕਰਨ ਦਾ। ਸੋ ਭੁੱਲਾਂ ਨਾ ਚਿਤਾਰਨੀਆਂ। ਆਓ 19ਵੀਂ ਅਸ਼ਟਪਦੀ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਨੂੰ ਅਸੀਂ ਪੜ੍ਹ ਕੇ, ਗਾ ਕੇ ਸਰਵਣ ਕਰਨਾ ਕਰੀਏ ਜੀ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।